ਸ਼ਲੋਕ ਬਹੁ ਸ਼ਸਤਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਊਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ ਕਿ ਅਸੀਂ ਬਹੁਤ ਹੀ ਸ਼ਾਸਤਰ ਤੇ ਬਹੁਤ ਸਿਮਰਤੀਆਂ ਸਾਰੀਆਂ ਖੋਜ ਕੇ ਵੇਖ ਲਈਆਂ, ਪੜ੍ਹ ਕੇ ਵੇਖ ਲਈਆਂ। ਇਹ ਪੁਸਤਕਾਂ, ਇਹ ਗ੍ਰੰਥ ਕਈ ਤਰ੍ਹਾਂ ਦਾ ਗਿਆਨ ਚਰਚਾ, ਕਈ ਤਰ੍ਹਾਂ ਦੀਆਂ ਧਾਰਮਿਕ ਅਤੇ ਭਾਈਚਾਰਕ ਰਸਮਾਂ ਜ਼ਰੂਰ ਸਿਖਾਉਂਦੇ ਹਨ, ਪਰ ਗੁਰੂ ਜੀ ਫਰਮਾ ਰਹੇ ਹਨ ਕਿ ਇਹ ਅਕਾਲ ਪੁਰਖ ਉਸ ਵਾਹਿਗੁਰੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ। ਗੁਰੂ ਜੀ ਕਿਸੇ ਧਰਮ, ਕਿਸੇ ਮਤ, ਕਿਸੇ ਪੰਥ ਨੂੰ ਗਲਤ ਨਹੀਂ ਕਹਿ ਰਹੇ, ਪਰ ਉਹ ਆਪਣੇ ਸਿੱਖਾਂ ਨੂੰ ਉਹ ਸਾਨੂੰ ਸਮਝਾਉਂਦੇ ਹੋਏ ਇਹ ਦੱਸਦੇ ਹਨ, ਇਹ ਫੋਕੇ ਰੀਤੀ ਰਿਵਾਜ ਰਸਮਾਂ ਕਿਸੇ ਕੰਮ ਨਹੀਂ ਹਨ ਜਿੰਨਾ ਚਿਰ ਤੱਕ ਤੁਸੀਂ ਉਸ ਵਾਹਿਗੁਰੂ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਤਾਂ ਤੇ ਗੁਰੂ ਜੀ ਫਰਮਾ ਰਹੇ ਹਨ, ਹੇ ਨਾਨਕ, ਪ੍ਰਭੂ ਦੇ ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਉਹ ਅਮੋਲ ਹੈ। ਉਸ ਦੇ ਬਰੋਬਰ ਦੁਨੀਆ ਦਾ ਹੋਰ ਕੋਈ ਕਰਮ, ਹੋਰ ਕੋਈ ਰਿਵਾਜ ਰਸਮ ਉਸ ਦੇ ਬਰੋਬਰ ਨਹੀਂ ਹੈ, ਉਸ ਦੀ ਬਰਾਬਰੀ ਨਹੀਂ ਕਰ ਸਕਦੀ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ। ਜਾਪ ਕਹਿੰਦੇ ਹਨ ਜੋ ਵੇਦਾਂ ਮੰਤਰਾਂ ਆਦਿ ਦੇਵਤਿਆਂ ਦੇ ਨਾਮ ਸਹਿਜੇ ਸਹਿਜੇ ਉਚਾਰਨੇ, ਜਾਪ ਕਰਨਾ। ਤਾਪ ਕਹਿੰਦੇ ਹਨ ਸਰੀਰ ਨੂੰ ਧੂਣੀਆਂ ਆਦਿਕ ਨਾਲ ਕਸ਼ਟ ਦੇਣੇ, ਧੂਣੇ ਤਾਪਣੇ, ਤਾਂ ਕਿ ਸਰੀਰਕ ਇੰਦਰੇ, ਮਨ ਅਤੇ ਆਤਮਾ ਉੱਤੇ ਜ਼ੋਰ ਨਾ ਪਾ ਸਕਣ। ਗੁਰੂ ਜੀ ਫਰਮਾ ਰਹੇ ਹਨ ਕਿ ਜੇਕਰ ਕੋਈ ਵੇਦ ਮੰਤਰਾਂ ਦੇ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ ਤਪਾਏ, ਜਾਂ ਫਿਰ ਹੋਰ ਕਈ ਗਿਆਨ ਦੀਆਂ ਗੱਲਾਂ ਕਰੇ, ਵਿਚਾਰਾਂ ਕਰੇ ਅਤੇ ਦੇਵਤਿਆਂ ਦੇ ਧਿਆਨ ਧਰੇ, 6 ਸ਼ਾਸਤਰਾਂ ਤੇ ਸਿਮਰਤੀਆਂ ਦਾ ਉਪਦੇਸ਼ ਕਰੇ, ਇਹ ਸਭ ਚੀਜ਼ਾਂ, ਇਹ ਸਭ ਗੱਲਾਂ ਵੀ ਕਿਸੇ ਕੰਮ ਨਹੀਂ ਹਨ। ਕਿਉਂਕਿ ਜੇ ਅਸੀਂ ਉਸ ਇੱਕ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੀ ਆਪਣੇ ਮੁਖੋਂ ਨਹੀਂ ਜਪਿਆ, ਉਸ ਦਾ ਧਿਆਨ ਹੀ ਨਹੀਂ ਧਰਿਆ, ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੈ ਫਿਰਿਆ। ਮਹਾਰਾਜ ਕਹਿੰਦੇ ਜੋਗ ਦੇ ਸਾਧਨ ਕਰੇ ਕੋਈ ਬੰਦਾ, ਇਨਸਾਨ ਕਰਮ ਕਾਂਡੀ ਧਰਮ ਦੀ ਕਿਰਿਆ ਕਰੇ, ਜਾਂ ਸਾਰੇ ਕੰਮ ਛੱਡ ਕੇ ਜੰਗਲਾਂ ਵਿੱਚ ਭੌਂਦਾ ਫਿਰੇ, ਜਾਂ ਫਿਰ ਅਨੇਕ ਪ੍ਰਕਾਰ ਕੀਏ ਬਹੁਤ ਜਤਨਾ ਪੁੰਨ ਦਾਨ ਹੋਮੇ ਬਹੁਤ ਰਤਨਾ। ਅਨੇਕਾਂ ਕਿਸਮਾਂ ਦੇ ਬੜੇ ਯਤਨ ਕਰੇ, ਪੁੰਨ ਦਾਨ ਕਰੇ ਤੇ ਬਹੁਤ ਸਾਰਾ ਘਿਓ ਹਵਨ ਕਰੇ, ਸਰੀਰ ਘਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ। ਜਾਂ ਫਿਰ ਆਪਣੇ ਸਰੀਰ ਨੂੰ ਰੱਤੀ ਰੱਤੀ ਕਰਕੇ ਕਟਾਵੇ, ਜਾਂ ਫਿਰ ਅੱਗ ਵਿੱਚ ਸਾੜ ਦੇਵੇ ਆਪਣੇ ਆਪ ਨੂੰ, ਜਾਂ ਫਿਰ ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ। ਮਹਾਰਾਜ ਕਹਿੰਦੇ ਇਹ ਜੋ ਸਭ ਕੁਝ ਤੁਹਾਨੂੰ ਦੱਸਿਆ ਹੈ, ਜੇ ਕੋਈ ਇਨਸਾਨ ਇੰਨਾ ਸਭ ਕੁਝ ਕੰਮ ਕਰੇ, ਕਰਮ ਕਰੇ, ਕਿਰਿਆ ਕਰੇ, ਰੀਤੀ ਰਿਵਾਜ ਰਸਮਾਂ ਕਰੇ, ਤਾਂ ਵੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ। ਮਹਾਰਾਜ ਕਹਿੰਦੇ ਇਹ ਸਾਰੇ ਹੀ ਕਰਮ ਕਾਂਡ ਵਗੈਰਾ ਜੋ ਵੀ ਹੈ, ਰੀਤੀ ਰਿਵਾਜ ਰਸਮਾਂ, ਪ੍ਰਭੂ ਦੇ, ਉਸ ਵਾਹਿਗੁਰੂ ਦੇ, ਉਸ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ। ਗੁਰੂ ਜੀ ਫਰਮਾਉਂਦੇ ਹਨ, ਤਾਂ ਤੇ ਸਿੱਖੋ, ਇਹ ਨਾਮ ਇੱਕ ਵਾਰੀ ਵੀ ਗੁਰੂ ਦੇ ਸਨਮੁਖ ਹੋ ਪਿਆ ਜਾਏ, ਇਹ ਨਾਮ ਜਪਣ ਨਾਲ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ। ਗੁਰੂ ਜੀ ਫਰਮਾ ਰਹੇ ਹਨ ਕਿ ਜੇਕਰ ਕੋਈ ਮਨੁੱਖ ਸਾਰੀ ਧਰਤੀ ਤੇ ਫਿਰੇ, ਕੋਈ ਸੈਂਕੜੇ ਹਜ਼ਾਰਾਂ ਸਾਲ ਤੱਕ ਲੰਬੀ ਉਮਰ ਤੱਕ ਜਿਉਂਦਾ ਰਹੇ, ਜਾਂ ਫਿਰ ਦੁਨੀਆ ਵੱਲੋਂ, ਇਸ ਜਗਤ ਸੰਸਾਰ ਵੱਲੋਂ ਉਦਾਸ ਹੋ ਕੇ, ਬਹੁਤ ਉਪਰਾਮ ਹੋ ਕੇ ਵੱਡਾ ਤਪੀਸਰ ਬਣ ਜਾਏ। ਅਗਨ ਮਾਹੇ ਹੋਮਤ ਪ੍ਰਾਨ ਕਨਿਕ ਅਸਵ ਹੈਵਰ ਭੂਦਾਨ। ਅੱਗ ਵਿੱਚ, ਹਵਨ ਵਿੱਚ ਆਪਣੀ ਜਿੰਦ, ਆਪਣੀ ਜਾਨ ਕੁਰਬਾਨ ਕਰ ਦੇਵੇ, ਜਾਂ ਫਿਰ ਬਹੁਤ ਸੋਨਾ ਦਾਨ ਕਰੇ, ਵਧੀਆ ਘੋੜੇ ਦਾਨ ਕਰੇ, ਜਾਂ ਫਿਰ ਜ਼ਮੀਨ ਦਾਨ ਕਰੇ, ਇਹਨਾਂ ਸਭ ਕੁਝ ਦਾਨ ਕਰੇ। ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤੇ ਸਾਧਨ। ਜੇਕਰ ਕੋਈ ਇਨਸਾਨ ਨਿਉਲੀ ਕਰਮ ਅਤੇ ਹੋਰ ਬਹੁਤ ਸਾਰੇ ਯੋਗ ਆਸਣ ਵਗੈਰਾ ਕਰੇ, ਜਾਂ ਫਿਰ ਜੈਨੀਆਂ ਦੇ ਰਸਤੇ ਤੇ ਚੱਲ ਕੇ ਬੜੇ ਕਠਿਨ ਸਾਧਨ ਅਤੇ ਸੰਜਮ ਕਰੇ, ਜਿਵੇਂ ਜੈਨੀ ਲੋਕ ਕਰਦੇ ਹਨ, ਮੂੰਹ ਤੇ ਕੱਪੜਾ ਰੱਖਦੇ ਹਨ, ਕੋਈ ਕੀਟਾਣੂ ਨਾ ਅੰਦਰ ਚਲੇ ਜਾਵੇ, ਨੰਗੇ ਪੈਰੀ ਚੱਲਦੇ ਹਨ, ਮਤਲਬ ਇੱਕਦਮ ਸੰਜਮ ਅਤੇ ਕਠਿਨ ਤਪੱਸਿਆ ਕਰਦੇ ਹਨ ਉਹ। ਜੇਕਰ ਕੋਈ ਇਨਸਾਨ ਇਹ ਵੀ ਕਰੇ, ਨਿਮਖ ਨਿਮਖ ਕਰ ਸਰੀਰ ਘਟਾਵੈ ਤੋ ਭੀ ਹਉਮੈ ਮੈਲ ਨਾ ਜਾਵੇ। ਮਹਾਰਾਜ ਕਹਿੰਦੇ ਸਰੀਰ ਨੂੰ ਟੋਟੇ ਟੋਟੇ, ਰੱਤੀ ਰੱਤੀ, ਟੁਕੜੇ ਟੁਕੜੇ ਕਰਕੇ ਜੇ ਕੋਈ ਇਨਸਾਨ ਕਟਾ ਵੀ ਦੇਵੇ, ਤਾਂ ਵੀ ਅੰਦਰਲੀ ਮੈਲ ਆ, ਜਿਹੜੀ ਹਉਮੈ ਦੀ ਮੈਲ ਆ, ਉਹ ਦੂਰ ਨਹੀਂ ਹੁੰਦੀ।
ਹਰ ਕੇ ਨਾਮ ਸਮਸਿਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਹਾਰਾਜ ਫਰਮਾ ਰਹੇ ਹਨ ਕਿ ਇਹ ਸਾਰੇ ਉਦਮ ਵੀ ਕੋਈ ਇਨਸਾਨ ਕਰੇ, ਜੰਗਲਾਂ ਵਿੱਚ ਫਿਰੇ, ਤਪੱਸਿਆ ਕਰੇ, ਦਾਨ ਕਰੇ, ਸੋਨਾ ਘੋੜੇ ਵਗੈਰਾ, ਚਾਹੇ ਜੈਨੀਆਂ ਦੇ ਮਾਰਗ ਤੇ ਚੱਲ ਕੇ ਸਾਧਨ ਕਰੇ। ਮਹਾਰਾਜ ਕਹਿੰਦੇ ਇਹ ਸਭ ਕੁਝ ਵੀ ਉਸ ਪ੍ਰਭੂ ਦੇ, ਉਸ ਵਾਹਿਗੁਰੂ ਦੇ ਨਾਮ ਦੇ ਬਰਾਬਰ ਤਿਨਕਾ ਮਾਤਰ ਵੀ ਨਹੀਂ ਹੈ। ਤਾਂ ਤੇ ਗੁਰੂ ਜੀ ਸਾਨੂੰ ਦੱਸਣਾ ਕਰਦੇ ਹਨ ਕਿ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ, ਮੁਕਤੀ ਪਾਉਂਦੇ ਹਨ, ਹਮੇਸ਼ਾ ਲਈ ਅਬਿਨਾਸੀ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੈ ਹੁਟੈ। ਜਿਵੇਂ ਕਈ ਪ੍ਰਾਣੀਆਂ ਦੇ, ਕਈ ਇਨਸਾਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਉੱਥੇ ਇਸ਼ਨਾਨ ਵਗੈਰਾ ਕਰਕੇ ਸਰੀਰਕ ਚੋਲਾ ਉੱਥੇ ਛੱਡਿਆ ਜਾਵੇ, ਭਾਵ ਉੱਥੇ ਮ੍ਰਿਤੂ ਨੂੰ ਪ੍ਰਾਪਤ ਹੋਈਏ, ਤਾਂ ਕਿ ਸਾਡੀ ਗਤ ਹੋ ਜਾਏ, ਸਾਡਾ ਭਲਾ ਹੋ ਜਾਏ। ਗੁਰੂ ਜੀ ਕਹਿੰਦੇ ਪਰ ਇਸ ਤਰ੍ਹਾਂ ਵੀ ਕਰਨ ਨਾਲ ਹਉਮੈ ਅਹੰਕਾਰ ਮਨ ਵਿੱਚੋਂ ਘਟਦਾ ਨਹੀਂ, ਮਨ ਵਿੱਚੋਂ ਜਾਂਦਾ ਨਹੀਂ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਨੁੱਖ ਇਨਸਾਨ ਦਿਨ ਤੇ ਰਾਤ ਭਾਵ ਸਦਾ ਤੀਰਥਾਂ ਤੇ ਇਸ਼ਨਾਨ ਕਰੇ, ਘੁੰਮਦਾ ਰਹੇ ਪੂਰੀ ਜ਼ਿੰਦਗੀ, ਫਿਰ ਵੀ ਮਨ ਦੀ ਮੈਲ ਸਰੀਰ ਧੋਤਿਆ ਨਹੀਂ ਜਾਂਦੀ। ਬਾਹਰਲੇ ਸਰੀਰ ਨੂੰ ਤਾਂ ਆਪਾਂ ਸਾਫ਼ ਕਰ ਲਾਂਗੇ, ਨਹਾ ਲਾਂਗੇ, ਮੈਲ ਧੂੜ ਉਤਾਰ ਦਾਂਗੇ, ਪਰ ਬਾਹਰਲੀ ਮੈਲ ਦੇ ਉਤਰਨ ਨਾਲ ਅੰਦਰਲੀ ਮੈਲ ਨਹੀਂ ਉਤਰਦੀ। ਆਪਾਂ ਸਿਰਫ ਬਾਹਰੋਂ ਹੀ ਸਾਫ਼ ਹੋ ਸਕਦੇ ਹਾਂ, ਅੰਦਰੋਂ ਕਿਵੇਂ ਸਾਫ਼ ਹੋਈਦਾ ਉਹ ਗੁਰੂ ਜੀ ਫਰਮਾ ਰਹੇ ਹਨ। ਇਸ ਦੇ ਹੀ ਕਹੋ ਬਹੁ ਸਾਧਨਾ ਕਰੇ, ਮਨ ਤੇ ਕਬਹੂ ਨਾ ਵਿਖਿਆ ਟਰੈ। ਜੇਕਰ ਇਨਸਾਨ ਇਸ ਸਰੀਰ ਨੂੰ ਸੋਧਣ ਵਾਸਤੇ, ਸ਼ੁੱਧ ਕਰਨ ਵਾਸਤੇ, ਸਾਧਣ ਵਾਸਤੇ ਕਈ ਯਤਨ ਵੀ ਕਰੇ, ਤਾਂ ਵੀ ਮਨ ਤੋਂ ਇਸ ਮਾਇਆ ਦਾ ਪ੍ਰਭਾਵ ਟਲਦਾ ਨਹੀਂ, ਹਟਦਾ ਨਹੀਂ। ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਹਾਂ ਹੋਏ ਕਾਚੀ ਭੀਤ। ਜੇਕਰ ਸਰੀਰ ਨੂੰ, ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਵੀ ਧੋਇਆ ਜਾਵੇ, ਸ਼ੁੱਧ ਕੀਤਾ ਜਾਵੇ, ਤਾਂ ਵੀ ਇਹ ਸਰੀਰ ਰੂਪੀ ਕੱਚੀ ਕੰਧ ਪਵਿੱਤਰ ਨਹੀਂ ਹੋ ਸਕਦੀ, ਸਾਫ਼ ਨਹੀਂ ਹੋ ਸਕਦੀ। ਪੁਰਾਣੇ ਜ਼ਮਾਨੇ ਵਿੱਚ ਕੱਚੀਆਂ ਕੰਧਾਂ ਹੁੰਦੀਆਂ ਸਨ ਮਿੱਟੀ ਦੀਆਂ, ਜੋ ਮਿੱਟੀ ਦੀ ਕੰਧ ਨੂੰ ਤੁਸੀਂ ਪਾਣੀ ਨਾਲ ਸਾਫ਼ ਕਰੋਗੇ ਤਾਂ ਉਹ ਸਾਫ਼ ਨਹੀਂ ਹੁੰਦੀ, ਬਲਕਿ ਉਸ ਤੋਂ ਵੀ ਗੰਦੀ ਹੁੰਦੀ ਜਾਂਦੀ ਹੈ। ਇਸ ਲਈ ਇਹ ਸਰੀਰ ਵੀ ਇੱਕ ਤਰ੍ਹਾਂ ਦੀ ਕੱਚੀ ਮਿੱਟੀ ਦੀ ਕੰਧ ਹੈ, ਖੁਰਦਾ ਰਹਿੰਦਾ ਹੈ, ਹੌਲੀ ਹੌਲੀ ਕਰਕੇ ਇੱਕ ਦਿਨ ਧੜਮ ਕਰਕੇ ਡਿੱਗ ਪੈਂਦਾ ਹੈ। ਬਿਲਕੁਲ ਮਿੱਟੀ ਦੀ ਕੰਧ ਦੀ ਤਰ੍ਹਾਂ ਮਹਾਰਾਜ ਕਹਿੰਦੇ ਸਰੀਰ ਨੂੰ ਤੁਸੀਂ ਧੋਂਦੇ ਰਹੋ ਪਾਣੀ ਨਾਲ, ਪਰ ਇਹ ਸਾਫ਼ ਨਹੀਂ ਹੁੰਦਾ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਮੂਚ ਕਹਿੰਦੇ ਹਨ ਬਹੁਤ ਅਣਗਿਣਤ, ਪਤਿਤ ਡਿੱਗੇ ਹੋਏ, ਮੰਦਕਰਮੀ। ਗੁਰੂ ਜੀ ਫਰਮਾ ਰਹੇ ਹਨ ਕਿ ਹੇ ਮਨ, ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ। ਤਾਂ ਕਰਕੇ ਇਸ ਲਈ ਨਾਮ ਦੀ ਬਰਕਤ ਨਾਲ ਅਣਗਿਣਤ ਮੰਦਕਰਮੀ ਜੀਵ ਬੇਕਾਰਾਂ ਤੋਂ ਭਾਵ ਬੁਰੇ ਕੰਮ ਕਰਨ ਤੋਂ ਬਚ ਜਾਂਦੇ ਹਨ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ। ਇਨਸਾਨ ਜਦੋਂ ਆਪਣੀ ਚਤੁਰਾਈ ਕਰਕੇ, ਆਪਣੀ ਚਲਾਕੀ ਦੇ ਕਾਰਨ ਜਦੋਂ ਇਹ ਆਪਣੇ ਆਪ ਨੂੰ ਜ਼ਿਆਦਾ ਬੁੱਧੀਮਾਨ ਸਮਝਣ ਲੱਗ ਜਾਵੇ, ਤਾਂ ਜਮਾਂ ਦਾ ਡਰ ਇਸ ਨੂੰ ਆ ਕੇ ਦਬਾ ਲੈਂਦਾ ਹੈ, ਇਸ ਨੂੰ ਸਤਾਉਣ ਲੱਗ ਜਾਂਦਾ ਹੈ। ਕਿਉਂਕਿ ਸਭ ਤਰ੍ਹਾਂ ਦੀਆਂ ਚਤੁਰਾਈਆਂ ਕਰਕੇ ਵੀ, ਅਨੇਕਾਂ ਯਤਨ ਕਰਕੇ ਵੀ ਮਾਇਆ ਦੀ ਤ੍ਰੇ, ਮਾਇਆ ਦੀ ਪਿਆਸ ਮੁੱਕਦੀ ਨਹੀਂ। ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਜੈ। ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਭੇਖ ਜਿਹੜੇ ਮਰਜ਼ੀ ਧਾਰ ਲਵੋ, ਅਨੇਕਾਂ ਤਰ੍ਹਾਂ ਦੇ ਧਾਰਮਿਕ ਭੇਖ ਕੀਤਿਆਂ ਵੀ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ। ਜੇਕਰ ਇਹੋ ਜਿਹੇ ਕਰੋੜਾਂ ਤਰੀਕੇ ਵੀ ਵਰਤੀਏ ਤਾਂ ਵੀ ਪ੍ਰਭੂ ਦੀ ਦਰਗਾਹ ਵਿੱਚ ਮਾਣ ਨਹੀਂ ਪਾਈਦਾ, ਸੁਰਖਰੂ ਨਹੀਂ ਹੋਈਦਾ। ਛੂਟਸ ਨਾਹੀ ਊਬ ਪਿਆਲ, ਮੋਹਿ ਵਿਆਪਹਿ ਮਾਇਆ ਜਾਲ। ਹਾਂ, ਲੇਕਿਨ ਇਹਨਾਂ ਯਤਨਾਂ ਨਾਲ ਇੰਨਾ ਹੋ ਸਕਦਾ ਕਿ ਜੇਕਰ ਇਨਸਾਨ ਚਾਹੇ ਤਾਂ ਆਕਾਸ਼ 'ਚ ਉੜ ਸਕਦਾ, ਹਵਾ ਵਿੱਚ ਉੜ ਸਕਦਾ, ਜਦੋਂ ਚਾਹੇ ਪਾਤਾਲ ਵਿੱਚ ਲੁਕ ਜਾਵੇ, ਪ੍ਰਗਟ ਹੋ ਜਾਵੇ, ਪਰ ਇਹ ਸਭ ਕੁਝ ਕਰਕੇ ਵੀ ਮਾਇਆ ਤੋਂ ਬਚ ਨਹੀਂ ਸਕਦਾ। ਇਹੋ ਜਿਹੇ ਕੌਤਕ ਕਰਕੇ ਸਗੋਂ ਇਨਸਾਨ ਮਾਇਆ ਦੇ ਜਾਲ ਅਤੇ ਮੋਹ ਵਿੱਚ ਹੋਰ ਫਸਦਾ ਜਾਂਦਾ ਹੈ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾਂ ਹੋਰ ਸਾਰੇ ਕੰਮ ਕਾਜ, ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਉਂਦਾ ਹੈ। ਕਹਿਣ ਦਾ ਮਤਲਬ ਸਿਰਫ ਨਾਮ ਜਪਣ ਵਾਲੇ ਪ੍ਰਭੂ ਦੇ ਭਗਤਾਂ ਨੂੰ ਹੀ, ਪ੍ਰਭੂ ਦੇ ਪਿਆਰਿਆਂ ਨੂੰ ਹੀ ਉਹ ਛੱਡਦਾ ਹੈ, ਉਹਨਾਂ ਨੂੰ ਹੀ ਆਦਰ ਦਿੰਦਾ ਹੈ। ਉਸ ਤੋਂ ਬਿਨਾਂ ਹੋਰ ਸਭ ਨੂੰ ਉਹ ਸਜ਼ਾ ਦਿੰਦਾ ਹੈ, ਉਹ ਬਖਸ਼ਦਾ ਨਹੀਂ ਕਿਸੇ ਨੂੰ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਭਜਨ ਤੋਂ ਘੱਟ ਉਹ ਮੰਨਦਾ ਹੀ ਨਹੀਂ।
ਕਹਿੰਦਾ ਜੇ ਤਾਂ ਨਾਮ ਜਪਿਆ ਭਜਨ ਕੀਤਾ ਤਾਂ ਜੀ ਆਇਆਂ ਨੂੰ, ਨਹੀਂ ਤਾਂ ਫਿਰ ਤੁਸੀਂ ਜਾਣਦੇ ਹੋ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਗੁਰੂ ਜੀ ਫਰਮਾਉਂਦੇ ਹਨ ਕਿ ਜੋ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਮਨ ਨੂੰ ਟਿਕਾ ਕੇ ਪ੍ਰੇਮ ਨਾਲ ਵਾਹਿਗੁਰੂ ਦਾ ਨਾਮ, ਹਰੀ ਦਾ ਨਾਮ ਉਚਾਰਦਾ ਹੈ, ਉਸ ਦਾ ਜਾਪ ਕਰਦਾ ਹੈ, ਉਸ ਦਾ ਭਜਨ ਕਰਦਾ ਹੈ, ਉਸ ਦਾ ਦੁੱਖ ਪ੍ਰਭੂ ਦਾ ਨਾਮ ਜਪਦਿਆਂ ਤੁਰੰਤ ਦੂਰ ਹੋ ਜਾਂਦਾ ਹੈ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਮਹਾਰਾਜ ਕਥਨ ਕਰਦੇ ਹਨ ਕਿ ਜੇ ਕੋਈ ਇਨਸਾਨ ਚਾਰ ਪਦਾਰਥ ਚਾਹੁੰਦਾ ਹੈ, ਲੋੜਵੰਦ ਹੋਵੇ, ਤਾਂ ਉਸ ਨੂੰ ਚਾਹੀਦਾ ਹੈ ਕਿ ਗੁਰਮੁਖਾਂ ਦੀ ਸੇਵਾ ਵਿੱਚ ਲੱਗੇ, ਸਾਧਾਂ ਸੰਤਾਂ ਦੀ ਸੇਵਾ ਕਰੇ, ਭਗਤ ਜਨਾਂ ਦੀ ਸੇਵਾ ਕਰੇ। ਉਹ ਚਾਰ ਪਦਾਰਥ ਕਿਹੜੇ ਹਨ? ਧਰਮ, ਅਰਥ, ਕਾਮ ਅਤੇ ਮੋਖ। ਇਹਨਾਂ ਚਾਰਾਂ ਪਦਾਰਥਾਂ ਵਿੱਚ ਹੀ ਦੁਨੀਆ ਦੇ ਸਾਰੇ ਹੀ ਤਮਾਮ ਪਦਾਰਥ ਆ ਜਾਂਦੇ ਹਨ। ਸੋ ਜਿਸ ਨੂੰ ਇਹ ਚਾਹੀਦੇ ਹਨ ਉਹ ਗੁਰਮੁਖਾਂ ਦੀ ਸੇਵਾ ਵਿੱਚ ਲੱਗੇ, ਸੇਵਾ ਕਰੇ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਹਾਂ, ਤੇ ਜੇਕਰ ਕੋਈ ਇਨਸਾਨ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੋਵੇ, ਚਾਹੇ ਸਰੀਰਕ ਦੁੱਖ ਹੈ, ਮਾਨਸਿਕ ਦੁੱਖ ਹੋਵੇ ਜਾਂ ਫਿਰ ਸਮਾਜਿਕ ਦੁੱਖ ਹੋਵੇ, ਆਦਿ ਵਿਆਦ ਉਪਾਦ, ਇਹ ਤਿੰਨ ਤਰ੍ਹਾਂ ਦੇ ਦੁੱਖ ਮੰਨੇ ਹਨ ਵਿਦਵਾਨਾਂ ਨੇ। ਜੇ ਕੋਈ ਪ੍ਰਭੂ ਦਾ ਨਾਮ, ਵਾਹਿਗੁਰੂ ਦਾ ਨਾਮ ਸਦਾ ਹਿਰਦੇ ਵਿੱਚ ਸਿਮਰੇ, ਧਿਆਵੇ, ਵਾਹਿਗੁਰੂ ਨੂੰ ਯਾਦ ਕਰੇ, ਇਸ ਤਰ੍ਹਾਂ ਕਰਨ ਨਾਲ ਸਭ ਪ੍ਰਕਾਰ ਦੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ। ਤੇ ਜੇ ਕੋਈ ਆਪਣੀ ਸੋਭਾ ਕਰਾਉਣੀ ਚਾਹੁੰਦਾ ਹੈ, ਆਪਣੀ ਬੱਲੇ ਬੱਲੇ ਕਰਾਉਣੀ ਚਾਹੁੰਦਾ ਹੈ, ਜਗਤ ਵਿੱਚ, ਸੰਸਾਰ ਵਿੱਚ ਆਪਣਾ ਨਾਮਣਾ ਖੱਟਣਾ ਚਾਹੁੰਦਾ ਹੈ, ਤਾਂ ਉਸ ਨੂੰ ਵੀ ਚਾਹੀਦਾ ਹੈ ਕਿ ਸਤਸੰਗ ਵਿੱਚ ਜਾ ਕੇ, ਸੰਗਤ ਵਿੱਚ ਰਹਿ ਕੇ ਇਸ ਹਉਮੈ ਦਾ ਤਿਆਗ ਕਰੇ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ। ਮਹਾਰਾਜ ਤਾਂ ਇੱਥੋਂ ਤੱਕ ਫਰਮਾਉਂਦੇ ਹਨ ਕਿ ਜੇ ਕੋਈ ਇਨਸਾਨ ਜਿਸ ਨੂੰ ਸਮਝ ਪੈ ਗਈ ਹੋਵੇ, ਜਨਮ ਮਰਨ ਦੇ ਗੇੜ ਤੋਂ ਡਰਨ ਲੱਗਦਾ ਹੋਵੇ, ਆਵਾਗਮਨ ਦੇ ਚੱਕਰ ਤੋਂ ਡਰਦਾ ਹੋਵੇ, ਤਾਂ ਉਹ ਇਸ ਡਰ ਨੂੰ ਦੂਰ ਕਰਨ ਵਾਸਤੇ ਉਸਦਾ ਉਪਾਅ ਹੈ ਕਿ ਉਹ ਸੰਤਾਂ ਦੇ ਚਰਨੀ ਲੱਗੇ, ਸੰਤਾਂ ਦੀ ਸੇਵਾ ਕਰੇ ਅਤੇ ਵਾਹਿਗੁਰੂ ਦਾ ਨਾਮ ਜਪੇ, ਜਿਸ ਨਾਲ ਉਸਦਾ ਇਹ ਡਰ ਦੂਰ ਹੋ ਜਾਵੇਗਾ ਅਤੇ ਜਨਮ ਮਰਨ ਦਾ ਗੇੜ ਵੀ, ਚੱਕਰ ਵੀ ਕੱਟਿਆ ਜਾਵੇਗਾ, ਪਰਮ ਪਦਵੀ ਨੂੰ ਪ੍ਰਾਪਤ ਕਰੇਗਾ, ਵਾਹਿਗੁਰੂ ਵਿੱਚ ਜਾ ਕੇ ਵਿਲੀਨਤਾ ਹਾਸਲ ਕਰੇਗਾ। ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ। ਮਹਾਰਾਜ ਜੀ ਫਰਮਾ ਰਹੇ ਹਨ ਕਿ ਜਿਸ ਇਨਸਾਨ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੋਵੇ, ਪ੍ਰਭੂ ਦੇ ਦਰਸ਼ਨਾਂ ਦੀ ਇੱਛਾ ਹੋਵੇ, ਉਸ ਇਨਸਾਨ ਤੋਂ ਮੈਂ ਸਦਾ ਹੀ ਬਲਿਹਾਰੇ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ। ਵਾਹਿਗੁਰੂ ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਗੁਰੂ ਜੀ ਦੱਸ ਰਹੇ ਹਨ ਕਿ ਸਤਸੰਗ ਵਿੱਚ ਰਹਿ ਕੇ, ਸੰਗਤ ਕਰਕੇ ਜਿਸ ਇਨਸਾਨ ਦਾ ਅਹੰਕਾਰ ਮਿਟ ਜਾਂਦਾ ਹੈ, ਜਿਸ ਦੇ ਮਨ ਦੀ ਮੈਲ ਨਿਕਲ ਜਾਂਦੀ ਹੈ, ਹਿਰਦਾ ਇੱਕਦਮ ਪਵਿੱਤਰ ਹੋ ਜਾਂਦਾ ਹੈ, ਉਸ ਇਨਸਾਨ ਨੂੰ ਅਸੀਂ ਹੋਰ ਸਾਰੇ ਇਨਸਾਨਾਂ ਨਾਲੋਂ ਵੱਡਾ ਮੰਨਦੇ ਹਾਂ, ਸ੍ਰੇਸ਼ਟ ਮੰਨਦੇ ਹਾਂ। ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਊਚਾ। ਅਤੇ ਜੋ ਮਨੁੱਖ ਆਪਣੇ ਆਪ ਨੂੰ ਸਾਰਿਆਂ ਨਾਲੋਂ ਨੀਵਾਂ ਸਮਝਦਾ ਹੈ, ਨਿਮਾਣਾ ਸਮਝਦਾ ਹੈ, ਹੋਰ ਸਾਰਿਆਂ ਨੂੰ ਆਪਣੇ ਨਾਲੋਂ ਸ੍ਰੇਸ਼ਟ, ਉੱਚਾ ਸਮਝਦਾ ਹੈ, ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ ਭਾਈ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਜਿਸ ਗੁਰਮੁਖ ਦਾ, ਜਿਸ ਵਾਹਿਗੁਰੂ ਦੇ ਪਿਆਰੇ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ, ਭਾਵ ਆਪਣੇ ਆਪ ਨੂੰ ਅਤੀ ਨੀਵਾਂ ਸਮਝਦਾ ਹੈ, ਸਭ ਨਾਲ ਗਰੀਬੀ ਸੁਭਾਅ ਕਰਕੇ ਵਰਤਦਾ ਹੈ, ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਉਸ ਮਨੁੱਖ ਨੇ ਹਰੇਕ ਸਰੀਰ ਵਿੱਚ ਉਸ ਪ੍ਰਭੂ ਦੀ ਸੱਤਾ ਨੂੰ ਪਛਾਣ ਲਿਆ ਹੈ। ਉਸਨੇ ਜਾਣ ਲਿਆ ਹੈ ਕਿ ਸਭ ਵਿੱਚ ਉਸ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਵਾਸਾ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸ੍ਰਿਸ਼ਟ ਸਾਜਨਾ। ਔਰ ਜਿਸ ਇਨਸਾਨ ਨੇ ਆਪਣੇ ਮਨ ਵਿੱਚੋਂ ਬੁਰਾਈ ਨੂੰ ਮਿਟਾ ਦਿੱਤਾ ਹੈ, ਆਪਣੇ ਮਨ ਵਿੱਚ ਮਿੱਤਰਤਾ ਧਾਰ ਲਈ ਹੈ, ਉਹ ਸਾਰੀ ਸ੍ਰਿਸ਼ਟੀ ਨੂੰ, ਸਾਰੇ ਜੀਵਾਂ ਨੂੰ ਆਪਣਾ ਮਿੱਤਰ ਵੇਖਦਾ ਹੈ। ਉਸ ਨੂੰ ਕੋਈ ਵੀ ਆਪਣਾ ਦੁਸ਼ਮਣ, ਆਪਣਾ ਵੈਰੀ ਵਿਖਾਈ ਨਹੀਂ ਦਿੰਦਾ। ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਸ ਇਨਸਾਨ ਨੇ ਆਪਣੇ ਮਨ ਵਿੱਚੋਂ ਬੁਰਾਈ ਮਿਟਾ ਦਿੱਤੀ, ਅਹੰਕਾਰ ਨੂੰ ਮਿਟਾ ਦਿੱਤਾ, ਹਉਮੈ ਦਾ ਨਾਸ਼ ਕਰ ਦਿੱਤਾ ਅਤੇ ਸਾਰੀ ਸ੍ਰਿਸ਼ਟੀ ਨੂੰ ਆਪਣਾ ਮਿੱਤਰ ਵੇਖਦਾ ਹੈ, ਉਹ ਇਨਸਾਨ ਸੁੱਖਾਂ ਅਤੇ ਦੁੱਖਾਂ ਨੂੰ ਵੀ ਇੱਕੋ ਜਿਹਾ ਹੀ ਸਮਝਦਾ ਹੈ, ਜਿਸ ਕਰਕੇ ਪਾਪ ਅਤੇ ਪੁੰਨ ਦਾ ਉਹਨਾਂ ਉੱਤੇ ਕੋਈ ਅਸਰ ਨਹੀਂ ਹੁੰਦਾ। ਭਾਵ ਨਾ ਤਾਂ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ,
ਅਤੇ ਨਾ ਹੀ ਸਵਰਗ ਆਦਿ ਕੋਈ ਹੋਰ ਲਾਲਚ ਦੇ ਕੇ ਜਾਂ ਕੋਈ ਹੋਰ ਦੁੱਖ ਕਲੇਸ਼ ਦਾ ਡਰ ਦੇ ਕੇ ਉਹਨਾਂ ਤੋਂ ਕੋਈ ਚੰਗਾ ਕੰਮ ਪੁੰਨ ਕੰਮ ਕਰਾ ਸਕਦੇ ਹਾਂ। ਚੰਗਾ ਕੰਮ ਕਰਨਾ ਬਲਕਿ ਉਹਨਾਂ ਦਾ ਸੁਭਾਅ ਹੀ ਬਣ ਜਾਂਦਾ ਹੈ। ਨੇਕੀ ਕਰਨਾ ਸੁਭਾਅ ਬਣ ਜਾਂਦਾ ਹੈ। ਉਹਨਾਂ ਦੀ ਅਵਸਥਾ ਸੁੱਖ ਦੁੱਖ ਵਿੱਚ ਵੀ ਹਮੇਸ਼ਾ ਇੱਕੋ ਜਿਹੀ ਬਣੀ ਰਹਿੰਦੀ ਹੈ। ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੈ ਕਉ ਨਾਉ ਤੇਰਾ ਥਾਉ। ਹੇ ਵਾਹਿਗੁਰੂ, ਹੇ ਪ੍ਰਭੂ, ਕੰਗਾਲਾਂ ਵਾਸਤੇ ਤੇਰਾ ਨਾਮ ਹੀ ਅਮੋਲਕ ਧਨ ਹੈ ਅਤੇ ਨਿਆਸਰਿਆਂ ਵਾਸਤੇ ਤੇਰਾ ਨਾਮ ਹੀ ਆਸਰਾ ਹੈ। ਤੇਰੇ ਨਾਮ ਦਾ ਹੀ ਉਹਨਾਂ ਨੂੰ ਆਸਰਾ ਹੈ। ਨਿਮਾਨੈ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵਹੁ ਦਾਨ। ਅਤੇ ਨਿਮਾਣੇ ਲੋਕਾਂ ਵਾਸਤੇ, ਜਿਨ੍ਹਾਂ ਨੂੰ ਕੋਈ ਆਦਰ ਮਾਣ ਨਹੀਂ ਦਿੰਦਾ, ਸਤਿਕਾਰ ਨਹੀਂ ਦਿੰਦਾ, ਉਹਨਾਂ ਵਾਸਤੇ ਤੇਰਾ ਨਾਮ ਹੀ ਵਾਹਿਗੁਰੂ ਜੀ ਆਦਰ ਮਾਣ ਹੈ, ਸਤਿਕਾਰ ਹੈ। ਇੱਕ ਤੁਸੀਂ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੋ। ਕਰਨ ਕਰਾਵਨਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਹੇ ਸੁਆਮੀ ਜੀ, ਹੇ ਵਾਹਿਗੁਰੂ ਜੀ, ਤੁਸੀਂ ਸਾਰੇ ਪ੍ਰਾਣੀਆਂ ਦੇ ਦਿਲ ਦੀ ਗੱਲ ਜਾਣਨ ਵਾਲੇ ਹੋ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੁਸੀਂ ਆਪ ਸਭ ਕੁਝ ਜਾਣਦੇ ਹੋ, ਸਭ ਦੇ ਦਿਲਾਂ ਦੀਆਂ ਗੱਲਾਂ ਜਾਣਦੇ ਹੋ ਅਤੇ ਤੁਸੀਂ ਆਪ ਹੀ ਸਭ ਕੁਝ ਕਰਨ ਵਾਲੇ ਹੋ ਅਤੇ ਆਪ ਹੀ ਕਰਾਉਂਦੇ ਹੋ। ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਆਪ ਹੀ ਕਰਨ ਵਾਲੇ ਹੋ ਤੇ ਆਪ ਹੀ ਕਰਾਵਣ ਵਾਲੇ ਹੋ। ਆਪਣੀ ਗਤ ਮਿਤ ਜਨ ਹੋ ਆਪੇ, ਆਪਨ ਸੰਗ ਆਪੇ ਪ੍ਰਭ ਰਾਤੇ। ਗੁਰੂ ਜੀ ਕਥਨ ਕਰਦੇ ਹਨ ਕਿ ਵਾਹਿਗੁਰੂ ਜੀ, ਤੁਸੀਂ ਆਪਣੀ ਹਾਲਤ, ਆਪਣੀ ਵਡਿਆਈ, ਆਪਣੀ ਮਰਿਆਦਾ ਬਾਰੇ ਤੁਸੀਂ ਆਪ ਹੀ ਜਾਣਦੇ ਹੋ। ਹੋਰ ਕੋਈ ਨਹੀਂ ਜਾਣ ਸਕਦਾ। ਹੋਰ ਕੋਈ ਤੁਹਾਡੀ ਵਡਿਆਈ ਬਿਆਨ ਨਹੀਂ ਕਰ ਸਕਦਾ ਅਤੇ ਤੁਸੀਂ ਆਪਣੇ ਆਪ ਵਿੱਚ ਹੀ ਮਗਨ ਹੋ, ਆਪਣੇ ਆਪ ਵਿੱਚ ਹੀ ਮਸਤ ਹੋ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਿਸ ਕੋਏ। ਮਹਾਰਾਜ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ ਕਿ ਹੇ ਵਾਹਿਗੁਰੂ, ਕਿ ਤੇਰੀ ਵਡਿਆਈ ਤੇਰੇ ਤੋਂ ਬਿਨਾਂ ਹੋਰ ਕੋਈ ਬਿਆਨ ਨਹੀਂ ਕਰ ਸਕਦਾ। ਆਪਣੀ ਗਤਮਿਤ ਤੁਸੀਂ ਆਪ ਹੀ ਜਾਣਨ ਵਾਲੇ ਹੋ। ਹੋਰ ਕੋਈ ਵੀ ਤੇਰੀ ਵਡਿਆਈ ਨਹੀਂ ਜਾਣ ਸਕਦਾ, ਕੋਈ ਬਿਆਨ ਨਹੀਂ ਕਰ ਸਕਦਾ, ਤੁਹਾਡੀ ਮਹਿਮਾ ਨੂੰ ਪ੍ਰਗਟ ਨਹੀਂ ਕਰ ਸਕਦਾ। ਪ੍ਰਗਟ ਕਰਦੇ ਹੋ ਤਾਂ ਸਿਰਫ ਤੁਸੀਂ ਹੀ ਕਰਦੇ ਹੋ, ਕਿਉਂਕਿ ਕੇਵਲ ਤੁਸੀਂ ਹੀ ਆਪਣੀ ਮਹਿਮਾ ਨੂੰ ਜਾਣਨ ਵਾਲੇ ਹੋ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਨੂੰ ਸਮਝਾਉਂਦੇ ਹੋਏ ਮਹਾਰਾਜ ਕਥਨ ਕਰਦੇ ਹਨ ਕਿ ਹੇ ਇਨਸਾਨ, ਹੇ ਮੇਰੇ ਮਨ, ਉਸ ਪ੍ਰਭੂ ਦਾ, ਉਸ ਵਾਹਿਗੁਰੂ ਦਾ, ਉਸ ਹਰੀ ਦਾ ਨਾਮ ਜਪ ਅਤੇ ਪਵਿੱਤਰ ਸ਼ੁੱਧ ਆਚਰਨ ਬਣਾ ਕੇ ਆਪਣਾ ਜੀਵਨ ਬਤੀਤ ਕਰ। ਇਹ ਧਰਮ ਹੋਰ ਸਾਰੇ ਧਰਮਾਂ ਨਾਲੋਂ ਚੰਗਾ ਹੈ। ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਅਤੇ ਸਤਸੰਗ ਵਿੱਚ ਜਾ ਕੇ, ਸੰਗਤ ਵਿੱਚ ਰਹਿ ਕੇ ਜੋ ਭੈੜੀ ਮਤ ਰੂਪੀ ਮੈਲ ਸਾਡੇ ਮਨ ਨੂੰ ਲੱਗੀ ਹੋਈ ਹੈ, ਉਸ ਮੈਲ ਨੂੰ ਦੂਰ ਕੀਤਾ ਜਾਵੇ। ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ। ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪਹੁ ਜੀਅ ਸਦਾ। ਹੋਰ ਕੀ, ਸਦਾ ਵਾਹਿਗੁਰੂ ਦਾ ਨਾਮ ਜਪੋ, ਆਪਣੇ ਮਨ ਨੂੰ ਪ੍ਰਭੂ ਦੇ ਸਿਮਰਨ ਵਿੱਚ, ਨਾਮ ਸਿਮਰਨ ਵਿੱਚ ਲਗਾ ਕੇ ਰੱਖੋ। ਇਹ ਉਦਮ ਹੋਰ ਸਾਰੇ ਉਦਮਾਂ ਨਾਲੋਂ, ਹੋਰ ਸਾਰੇ ਕੰਮਾਂ ਨਾਲੋਂ ਭਲਾ ਹੈ, ਚੰਗਾ ਹੈ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਇਹ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਨਾ ਅਤੇ ਜੀਵ ਨਾਲ ਵਾਹਿਗੁਰੂ ਦਾ ਨਾਮ, ਉਸ ਦੀ ਵਡਿਆਈ ਬੋਲਣੀ, ਉਸ ਦੇ ਗੁਣ ਗਾਉਣੇ, ਇਹ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲ, ਹੋਰ ਸਭ ਗੱਲਾਂ ਨਾਲੋਂ ਸੁੰਦਰ ਹੈ, ਸੁਖਦਾਈ ਹੈ। ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਸ ਹਿਰਦੇ ਵਿੱਚ ਪ੍ਰਭੂ ਦਾ, ਵਾਹਿਗੁਰੂ ਦਾ ਨਾਮ ਵਸਦਾ ਹੈ, ਉਸ ਦੇ ਨਾਮ ਦਾ ਵਾਸਾ ਹੈ, ਉਹ ਹਿਰਦਾ ਰੂਪ ਥਾਂ ਹੋਰ ਸਾਰੇ ਤੀਰਥਾਂ ਅਸਥਾਨਾਂ ਤੋਂ ਪਵਿੱਤਰ ਹੈ।